प्यारे विद्यार्थियों, ਅੱਜ ਅਸੀਂ ਇਸ ਡਿਸਕਸ਼ਨ ਵਿੱਚ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਾਂਗੇ। ਜਦੋਂ ਅਸੀਂ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਅਸੀਂ ਕੰਪਿਊਟਰ ਨੈਟਵਰਕ ਦੇ ਵਿੱਚ ਜਦੋਂ ਇੱਕ ਕੰਪਿਊਟਰ ਦੂਸਰੇ ਕੰਪਿਊਟਰ ਨੂੰ ਇਨਫੋਰਮੇਸ਼ਨ ਭੇਜਦਾ ਹੈ ਜਾਂ ਇੱਕ ਕੰਪਿਊਟਰ ਦੂਸਰੇ ਕੰਪਿਊਟਰ ਤੋਂ ਇਨਫੋਰਮੇਸ਼ਨ ਲੈਂਦਾ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਇਨਫੋਰਮੇਸ਼ਨ ਜਿਹੜੀ ਹੈ ਕਿਸ ਵਾਇਆ ਮੀਡੀਆ ਦੇ ਥਰੂ ਆਈ ਹੈ, ਅਤੇ ਜਿਸ ਵਾਇਆ ਮੀਡੀਆ ਦੇ ਥਰੂ ਇਹ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਟਰਾਂਸਮਿਸ਼ਨ ਮੀਡੀਆ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਉਹ ਕੈਰੀਅਰ ਜਿਹੜਾ ਸੋਰਸ ਤੋਂ ਡੈਸਟੀਨੇਸ਼ਨ ਤੱਕ ਇਨਫੋਰਮੇਸ਼ਨ ਲੈ ਕੇ ਜਾਂਦਾ ਵਾ ਉਹਨੂੰ ਅਸੀਂ ਟਰਾਂਸਮਿਸ਼ਨ ਮੀਡੀਆ ਕਹਿੰਦੇ ਹਾਂ। ਅਤੇ ਅਸੀਂ ਕਹਿ ਸਕਦੇ ਹਾਂ ਕਿ ਟਰਾਂਸਮਿਸ਼ਨ ਮੀਡੀਆ ਦੇ ਥਰੂ ਸਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਦੇ ਉੱਤੇ ਜਾਂਦੀ ਆ। ਤਾਂ ਇਹ ਜਿਹੜੀ ਇਨਫੋਰਮੇਸ਼ਨ ਟਰੈਵਲ ਕਰਦੀ ਆ ਇਹ ਇਲੈਕਟ੍ਰੀਕਲ ਸਿਗਨਲ ਜਾਂ ਇਲੈਕਟ੍ਰੋਮੈਗਨੈਟਿਕ ਸਿਗਨਲਸ ਦੀ ਫਾਰਮਸ ਦੇ ਵਿੱਚ ਜਿਹੜੀ ਹੈਗੀ ਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੀ ਆ। ਹੁਣ ਜਦੋਂ ਅਸੀਂ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਡਿਪੈਂਡ ਕਰਦਾ ਵਾ ਕਿ ਟਰਾਂਸਮਿਸ਼ਨ ਮੀਡੀਆ ਜਿਹੜਾ ਹੈਗਾ ਵਾ ਉਹਦੀ ਬੈਂਡਵਿਡਥ ਕਿੰਨੀ ਆ। ਬੈਂਡਵਿਡਥ ਦਾ ਭਾਵ ਹੈਗਾ ਵਾ ਕਿ ਰੇਟ ਆਫ ਡੇਟਾ ਟਰਾਂਸਫਰ ਕਿੰਨਾ ਵਾ, ਅਤੇ ਐਟਮੋਸਫੀਅਰ ਜਿਹੜਾ ਹੈਗਾ ਵਾ ਉਹ ਕਿਸ ਤਰ੍ਹਾਂ ਦਾ ਸੀ ਜਿਸ ਸਮੇਂ ਜਿਹੜਾ ਹੈਗਾ ਸੀਗਾ ਸਿਗਨਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾ ਰਿਹਾ ਸੀ। ਅਤੇ ਜਿਹੜਾ ਹੈਗਾ ਵਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਟਰਾਂਸਮਿਸ਼ਨ ਮੀਡੀਆ ਵਾ ਉਹ ਕਿੰਨਾ ਸਟਰੋਂਗ ਸੀ ਜਿਹਦੇ ਥਰੂ ਸਾਡਾ ਜਿਹੜਾ ਹੈਗਾ ਸਿਗਨਲ ਜਾ ਰਿਹਾ ਸੀਗਾ। ਤੋ ਇਹ ਕੁਝ ਜਿਹੜੇ ਹੈਗੇ ਫੈਕਟਰਸ ਹੈਗੇ ਆ ਜਿਹੜੇ ਟਰਾਂਸਮਿਸ਼ਨ ਮੀਡੀਆ ਦੀ ਸਪੀਡ ਨੂੰ ਵਧਾਉਂਦੇ ਆ ਜਾਂ ਘਟਾਉਂਦੇ ਆ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਡਾਟਾ ਜਿਹੜਾ ਹੈਗਾ ਵਾ ਬਿਨਾਂ ਕਿਸੇ ਐਰਰ ਦੇ ਸੋਰਸ ਤੋਂ ਡੈਸਟੀਨੇਸ਼ਨ ਤੱਕ ਪਹੁੰਚਦਾ ਵਾ। ਅਤੇ ਜੇ ਸਾਡਾ ਜਿਹੜਾ ਹੈਗਾ ਵੈਦਰ, ਸਪੋਜ਼ ਕਰੋ ਅਸੀਂ ਵਾਇਰਲੈਸ ਮੀਡੀਆ ਯੂਜ਼ ਕਰ ਰਹੇ ਹਾਂ, ਅਤੇ ਕਿਉਂਕਿ ਸਾਨੂੰ ਪਤਾ ਵਾ ਕਿ ਸਾਡਾ ਜਿਹੜਾ ਸਿਗਨਲ ਆ ਉਹ ਏਅਰ ਦੇ ਥਰੂ ਜਾਣਾ ਵਾ, ਇਸ ਕਰਕੇ ਅਗਰ ਸਾਡਾ ਵੈਦਰ ਜਿਹੜਾ ਹੈਗਾ ਵਾ ਉਹ ਸਹੀ ਹੋਏਗਾ ਅਤੇ ਸਾਡਾ ਜਿਹੜਾ ਹੈਗਾ ਵਾ ਡਾਟਾ ਜਿਹੜਾ ਹੈਗਾ ਵਾ ਸੇਫਲੀ ਜਿਹੜਾ ਹੈਗਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚ ਜਾਵੇਗਾ ਜ਼ਿਆਦਾਤਰ ਕਰਕੇ। ਕਿਉਂਕਿ ਅਸੀਂ ਦੇਖਿਆ ਜੇ ਅਸੀਂ ਟੈਲੀਵਿਜ਼ਨ ਨੈਟਵਰਕ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਵਾ ਕਿ ਜਿਹੜਾ ਸਾਡਾ ਵਾਇਰਲੈਸ ਮੀਡੀਆ ਦੇ ਥਰੂ ਜਿਹੜਾ ਹੈਗਾ ਟੈਲੀਵਿਜ਼ਨ ਦਾ ਡਾਟਾ ਜਿਹੜਾ ਆਉਂਦਾ ਵਾ, ਜਿਸ ਤਰ੍ਹਾਂ ਅੱਜ ਕੱਲ੍ਹ ਡਿਸ਼ਿਜ਼ ਲੱਗੀਆਂ ਵਾ, ਡਿਸ਼ਿਜ਼ ਜਿਹੜੀਆਂ ਹੈਗੀਆਂ ਵਾ ਸੈਟਲਾਈਟ ਤੋਂ ਸਿਗਨਲ ਜਿਹੜਾ ਹੈਗਾ ਰਿਸੀਵ ਕਰਦੀਆਂ, ਪਰ ਜੇ ਬੈਡ ਵੈਦਰ ਹੋਵੇ ਤਾਂ ਸਾਡਾ ਕਈ ਵਾਰੀ ਜਿਹੜਾ ਹੁੰਦਾ ਵਾ ਟੈਲੀਵਿਜ਼ਨ ਦਾ ਸੈਟ ਟੌਪ ਬਾਕਸ ਆ ਪ੍ਰੋਪਰ ਜਿਹੜਾ ਸਿਗਨਲ ਰਿਸੀਵ ਨਹੀਂ ਕਰਦਾ ਔਰ ਸਾਡੀ ਜਿਹੜੀ ਡੇਟਾ ਟਰਾਂਸਮਿਸ਼ਨ ਆ ਉਹ ਜਿਹੜੀ ਫੇਲ ਹੋ ਜਾਂਦੀ ਹੈ। ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਵਾ ਵੈਦਰ, ਵਾਟਰ, ਅਤੇ ਇਹ ਜਿਹੜਾ ਹੈਗਾ ਵਾ ਇਹ ਕਾਫੀ ਜਿਹੜਾ ਹੈਗਾ ਵਾ ਟਰਾਂਸਮਿਸ਼ਨ ਮੀਡੀਆ ਨੂੰ ਪ੍ਰਭਾਵਿਤ ਕਰਦਾ ਵਾ। ਹੁਣ ਅਗਲੀ ਗੱਲ ਹੈਗੀ ਜਦੋਂ ਅਸੀਂ ਟਾਈਪਸ ਆਫ ਟਰਾਂਸਮਿਸ਼ਨ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਦੋ ਤਰ੍ਹਾਂ ਦਾ ਟਰਾਂਸਮਿਸ਼ਨ ਮੀਡੀਆ ਹੈਗਾ, ਵਾਇਰਡ ਜਾਂ ਅਸੀਂ ਉਹਨੂੰ ਗਾਈਡਡ ਮੀਡੀਆ ਕਹਿੰਦੇ ਹਾਂ, ਵਾਇਰਲੈਸ ਜਾਂ ਉਹਨੂੰ ਅਨਗਾਈਡਡ ਮੀਡੀਆ ਕਹਿੰਦੇ ਹਾਂ। ਵਾਇਰਡ ਦਾ ਮਤਲਬ ਹੈਗਾ ਵਾ ਕਿ ਅਸੀਂ ਕੋਈ ਜਿਹੜੀ ਹੈਗੀ ਕੇਬਲ ਯੂਜ਼ ਕਰਦੇ ਹਾਂ ਡਾਟਾ ਨੂੰ ਟਰਾਂਸਫਰ ਕਰਨ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਉਹਨੂੰ ਅਸੀਂ ਵਾਇਰਡ ਮੀਡੀਆ ਕਹਿੰਦੇ ਹਾਂ। ਅਨਗਾਈਡਡ ਜਾਂ ਵਾਇਰਲੈਸ ਦਾ ਮਤਲਬ ਇਹ ਆ ਕਿ ਸਾਡਾ ਸਿਗਨਲ ਜਿਹੜਾ ਹੈਗਾ ਵਾ ਉਹ ਬਾਏ ਏਅਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਂਦਾ ਵਾ, ਅਤੇ ਉਹਦੇ ਵਿੱਚ ਕੀ ਹੈਗਾ ਵਾ ਅਸੀਂ ਜਿਹੜੇ ਹੈਗੇ ਆ ਟਾਵਰਸ ਵਗੈਰਾ ਯੂਜ਼ ਕਰਦੇ ਆ, ਮਾਈਕ੍ਰੋਵੇਵ ਟਾਵਰਸ, ਜਿਹੜੇ ਇੱਕ ਟਾਵਰ ਤੋਂ ਦੂਸਰੇ ਟਾਵਰ ਨੂੰ ਸਿਗਨਲ ਭੇਜਦੇ ਆ ਔਰ ਜਿਹੜਾ ਹੈਗਾ ਵਾ ਉਹ ਸੋਰਸ ਤੋਂ ਡੈਸਟੀਨੇਸ਼ਨ ਜਿਹੜਾ ਹੈਗਾ ਸਿਗਨਲ ਜਾਂਦਾ ਵਾ। ਤੋ ਇਸ ਤਰ੍ਹਾਂ ਦਾ ਜਿਹੜਾ ਕਮਿਊਨੀਕੇਸ਼ਨ ਬਣਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਵਾਇਰਲੈਸ ਕਮਿਊਨੀਕੇਸ਼ਨ। ਜਿਹੜਾ ਵਾਇਰ ਦੇ ਥਰੂ ਹੁੰਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਵਾਇਰਡ ਕਮਿਊਨੀਕੇਸ਼ਨ। ਤੋ ਅੱਗੇ ਜਿਹੜਾ ਹੈਗਾ ਸਾਡੇ ਕੋਲ ਟਾਈਪਸ ਆ ਜਾਂਦੀਆਂ ਵਾ ਕਿ ਕਮਿਊਨੀਕੇਸ਼ਨ ਮੀਡੀਆ ਜਿਹੜਾ ਹੈਗਾ ਵਾ ਇਹਦੀਆਂ ਟਾਈਪਸ ਕਿੱਦਾਂ ਦੀਆਂ। ਜੇ ਅਸੀਂ ਵਾਇਰਡ ਜਾਂ ਗਾਈਡਡ ਮੀਡੀਆ ਦੀ ਗੱਲ ਕਰੀਏ ਸਾਡੇ ਕੋਲ ਟਵਿਸਟਡ ਪੇਅਰ, ਕੋਕਸੀਅਲ ਕੇਬਲ ਅਤੇ ਆਪਟੀਕਲ ਫਾਈਬਰਸ ਆ। ਜੇ ਅਸੀਂ ਵਾਇਰਲੈਸ ਜਾਂ ਅਨਗਾਈਡਡ ਮੀਡੀਆ ਦੀ ਕਰੀਏ ਸਾਡੇ ਕੋਲ ਰੇਡੀਓ ਵੇਵਜ਼, ਮਾਈਕ੍ਰੋਵੇਵਜ਼ ਅਤੇ ਇਨਫਰਾਰੈਡ ਜਿਹੜੇ ਹੈਗੇ ਆ ਇਹ ਸਾਡੇ ਕੋਲ ਜਿਹੜੇ ਹੈਗੇ ਆ ਇਹ ਟੈਕਨੋਲੋਜੀ ਹੈਗੀ ਅਸੀਂ ਜਿਹੜੀ ਯੂਜ਼ ਕਰਦੇ ਹਾਂ। ਹੁਣ ਜਦੋਂ ਅਸੀਂ ਡੇਟਾ ਟਰਾਂਸਮਿਸ਼ਨ ਦੀ ਗੱਲ ਕਰਦੇ ਹਾਂ ਅਤੇ ਜਿਹੜਾ ਵਾਇਰਡ ਮੀਡੀਆ ਹੈਗਾ ਵਾ ਜਾਂ ਵਾਇਰਲੈਸ ਮੀਡੀਆ ਹੈਗਾ ਵਾ ਇਹਨੂੰ ਇਹ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਵਾ ਇਹ ਕਾਫੀ ਪ੍ਰਭਾਵਿਤ ਕਰਦੀਆਂ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਡਾਟਾ ਨੂੰ ਸੈਂਡ ਕਰਨ ਲਈ। ਜਿਸ ਤਰ੍ਹਾਂ ਪਹਿਲਾਂ ਹੈਗਾ ਬੈਂਡਵਿਡਥ। ਬੈਂਡਵਿਡਥ ਦਾ ਮਤਲਬ ਰੇਟ ਆਫ ਡੇਟਾ ਟਰਾਂਸਫਰ ਐਟ ਏ ਕੈਰੀਅਰ, ਕਿ ਕੈਰੀਅਰ ਜਿਹੜਾ ਹੈਗਾ ਉਹ ਉਹਦੇ ਉੱਤੇ ਜਿਹੜਾ ਡੇਟਾ ਟਰਾਂਸਫਰ ਹੋ ਰਿਹਾ ਵਾ ਉਹਦਾ ਰੇਟ ਕੀ ਹੈ, ਕਿੰਨੀ ਸਪੀਡ ਦੇ ਨਾਲ ਡਾਟਾ ਜਿਹੜਾ ਹੈਗਾ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾ ਰਿਹਾ ਵਾ। ਜੇ ਹਾਈ ਬੈਂਡਵਿਡਥ ਹੋਏਗੀ ਤਾਂ ਸਪੀਡ ਜਿਹੜੀ ਹੈਗੀ ਆ ਉਹ ਡੇਟਾ ਟਰਾਂਸਫਰ ਕਰਨ ਦੀ ਜ਼ਿਆਦਾ ਹੋਏਗੀ। ਤਾਂ ਇੱਦਾਂ ਹੀ ਹੈਗੀ ਆ ਰੇਡੀਏਸ਼ਨ। ਰੇਡੀਏਸ਼ਨ ਦਾ ਮਤਲਬ ਹੈਗਾ ਵਾ ਕਿ ਜਿਹੜਾ ਜੇ ਸਪੋਜ਼ ਕਰੋ ਅਸੀਂ ਵਾਇਰਡ ਮੀਡੀਆ ਯੂਜ਼ ਕਰ ਰਹੇ ਹਾਂ ਅਤੇ ਵਾਇਰਡ ਮੀਡੀਆ ਦੇ ਉੱਤੇ ਸਾਡਾ ਜਿਹੜਾ ਹੈਗਾ ਵਾ ਉਹ ਅਗਰ ਸਾਡੀ ਸਿਗਨਲ ਦੀ ਲੀਕੇਜ ਹੁੰਦੀ ਆ
ਤੇ ਇਹ ਕਾਫੀ ਜਿਹੜਾ ਹੈਗਾ ਵਾ ਕੈਰੀਅਰ ਨੂੰ ਜਿਹੜਾ ਹੈਗਾ ਅਫੈਕਟ ਕਰਦਾ ਵਾ, ਕਿਉਂਕਿ ਜਦੋਂ ਲੀਕੇਜ ਹੋਏਗੀ ਸਿਗਨਲ ਜਿਹੜਾ ਹੈਗਾ ਉਹ ਵੀਕ ਹੋ ਜਾਏਗਾ ਔਰ ਜਿਹੜਾ ਹੈਗਾ ਵਾ ਉਹਦੇ ਨਾਲ ਜਿਹੜਾ ਉਹ ਲੈਸ ਡਿਸਟੈਂਸ ਜਿਹੜੀਆਂ ਹੈਗੀਆਂ ਉਹ ਕਵਰ ਕਰੇਗਾ। ਨੋਇਸ ਅਬਸਰਪਸ਼ਨ ਦਾ ਮਤਲਬ ਹੈਗਾ ਕਿ ਸਾਡੀ ਵਾਇਰ ਜਿਹੜੀ ਹੈਗੀ ਆ, ਅਗਰ ਕਿਤੇ ਨੋਇਸ ਦੇ ਲਾਗੋਂ ਕੋਈ ਮੋਟਰ ਵਗੈਰਾ ਚੱਲਦੀ ਆ, ਇਲੈਕਟ੍ਰੀਕਲ ਮੋਟਰ ਉਹਦੇ ਲਾਗੋਂ ਦੀ ਲੰਘਦੀ ਆ ਤੇ ਡੇਟੇ ਦੇ ਅੰਦਰ ਜਿਹੜੀ ਹੈਗੀ ਨੋਇਸ ਸ਼ਾਮਲ ਹੋ ਜਾਂਦੀ ਹੈ, ਜਿਹਦੇ ਨਾਲ ਡੇਟਾ ਡਿਸਟੋਰਟ ਹੋ ਜਾਂਦਾ ਵਾ ਔਰ ਸਿਗਨਲ ਜਿਹੜਾ ਹੈਗਾ ਉਹਦੇ ਵਿੱਚ ਡੇਟਾ ਐਰਰਸ ਆ ਜਾਂਦੀਆਂ ਵਾ, ਡੇਟੇ ਦੇ ਵਿੱਚ ਜਿਹੜੀਆਂ ਐਰਰਸ ਆ ਜਾਂਦੀਆਂ ਵਾ। ਐਟੀਨੂਏਸ਼ਨ ਦਾ ਵੀ ਮਤਲਬ ਹੈਗਾ ਵਾ ਕਿ ਜਿਹੜਾ ਹੈਗਾ ਵਾ ਆਪਣਾ ਜਦੋਂ ਸਿਗਨਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪ੍ਰੋਪੀਗੇਟ ਕਰਦਾ ਵਾ ਤੇ ਜਿਹੜਾ ਹੈਗਾ ਵਾ ਲਾਸ ਆਫ એનર્ਜੀ ਹੋ ਜਾਂਦੀ ਹੈ। ਲਾਸ ਆਫ એનર્ਜੀ ਕਿਉਂ ਹੁੰਦੀ ਹੈ? ਕਿਉਂਕਿ ਰੇਡੀਏਸ਼ਨ ਦਾ ਕਰਕੇ ਜਦੋਂ ਡੇਟਾ ਜਿਹੜਾ ਹੈਗਾ ਵਾ ਉਹਦੀ ਲੀਕੇਜ ਹੁੰਦੀ ਆ ਔਰ ਸਿਗਨਲ ਦੀ ਜਿਹੜੀ એનર્ਜੀ ਆ ਉਹ ਲੋਸਟ ਹੁੰਦੀ ਆ ਔਰ એનર્ਜੀ ਲੋਸਟ ਹੋਣ ਦੇ ਨਾਲ ਜਿਹੜੀ ਹੈਗੀ ਆ ਉਹ ਸਿਗਨਲ ਵੀਕ ਹੋ ਜਾਂਦਾ ਵਾ ਤੇ ਇਹ ਲੈਸ ਡਿਸਟੈਂਸਿੰਗ ਜਿਹੜੀਆਂ ਹੈਗੀਆਂ ਕਵਰ ਕਰਦਾ ਵਾ। ਕਹਿਣ ਤੋਂ ਭਾਵ ਹੈਗਾ ਵਾ ਕਿ ਸਿਗਨਲ ਜਿਹੜਾ ਹੈਗਾ ਵਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਿਹੜੀ ਦੂਰੀ ਆ ਉਹਨੂੰ ਘੱਟ ਤੈਅ ਕਰਦਾ ਹੈ। ਹੁਣ ਅਸੀਂ ਜਿਹੜੀ ਅਗਲੀ ਗੱਲ ਕਰਦੇ ਹਾਂ ਉਹ ਕਰਦੇ ਹਾਂ ਗਾਈਡਡ ਟਰਾਂਸਮਿਸ਼ਨ ਮੀਡੀਆ ਦੀ। ਗਾਈਡਡ ਟਰਾਂਸਮਿਸ਼ਨ ਮੀਡੀਆ ਕੋਲ ਸਾਡੇ ਕੋਲ ਟਵਿਸਟਡ ਪੇਅਰ ਆ ਜਾਂਦੀ ਹੈ। ਟਵਿਸਟਡ ਪੇਅਰ ਦਾ ਮਤਲਬ ਹੈਗਾ ਵੀ ਸਾਡੇ ਇਹ ਜਿਹੜੀ ਵਾਇਰ ਹੁੰਦੀ ਹੈ ਇਹਦੇ ਵਿੱਚ ਇਹ ਜਿਹੜੀ ਕੇਬਲ ਹੁੰਦੀ ਹੈ ਇਹਦੇ ਵਿੱਚ ਦੋ ਵਾਇਰਸ ਹੁੰਦੀਆਂ ਵਾ ਔਰ ਜਿਹੜੀ ਵਾਇਰ ਹੁੰਦੀ ਆ ਉਹਦੇ ਇੱਕ ਵਾਇਰ ਜਿਹੜੀ ਹੁੰਦੀ ਆ ਉਹਦੇ ਵਿੱਚ ਇੱਕ ਇਹ ਕਾਪਰ ਦਾ ਜਿਹੜਾ ਹੁੰਦੀ ਹੈ, ਕਾਪਰ ਦੀ ਵਿੱਚ ਵਾਇਰ ਹੁੰਦੀ ਆ ਔਰ ਕਾਪਰ ਦੀ ਵਾਇਰ ਦੇ ਉੱਤੇ ਜਿਹੜੀ ਹੁੰਦੀ ਪਲਾਸਟਿਕ ਦੀ ਇਨਸੂਲੇਸ਼ਨ ਹੋਈ ਹੁੰਦੀ ਹੈ ਔਰ ਜਿਹੜੀ ਇਹ ਕਾਪਰ ਦੀ ਵਾਇਰ ਹੁੰਦੀ ਹੈ ਇਹ ਹੁੰਦੀ 1 ਮਿਲੀਮੀਟਰ ਥਿਕ। ਤੋ ਇਹਦੇ ਵਿੱਚ ਜਿਹੜਾ ਹੈਗਾ ਵਾ ਡੇਟਾ ਜਿਹੜਾ ਹੈਗਾ ਉਹ ਟਰਾਂਸਫਰ ਕਰਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਕਾਪਰ ਵਾਇਰ ਦੇ ਵਿੱਚ। ਹੁਣ ਇਹ ਜਿਹੜੀਆਂ ਹੁੰਦੀਆਂ ਵਾ ਇਹ ਕਾਪਰ ਦੀਆਂ ਜਿਹੜੀਆਂ ਵਾਇਰਸ ਹੁੰਦੀਆਂ ਵਾ ਇਹਦਾ ਇੱਕ ਪੇਅਰ ਹੁੰਦਾ ਵਾ, ਇੱਕ ਪੇਅਰ ਤੋਂ ਭਾਵ ਹੈ ਕਿ ਦੋ ਵਾਇਰ ਦਾ ਬਣਿਆ ਹੁੰਦਾ ਵਾ ਔਰ ਇਹਨਾਂ ਨੂੰ ਇਹ ਜਿਹੜਾ ਪੇਅਰ ਹੁੰਦਾ ਇਹਨਾਂ ਨੂੰ ਟਵਿਸਟ ਦਿੱਤੇ ਹੁੰਦੇ ਆ, ਇਸ ਕਰਕੇ ਇਹਨੂੰ ਕਹਿੰਦੇ ਆ ਟਵਿਸਟਡ ਪੇਅਰ ਕੇਬਲ। ਜਿਸ ਤਰ੍ਹਾਂ ਕਿ ਇਸ ਫਿਗਰ ਦੇ ਵਿੱਚ ਦਿਖਾਇਆ ਗਿਆ ਵਾ ਕਿ ਇਹਦੇ ਵਿੱਚ ਜਿਹੜੀ ਹੈਗੀਆਂ ਵਾ ਦੋ ਵਾਇਰਸ ਹੈਗੀਆਂ ਵਾ ਔਰ ਦੋਨਾਂ ਵਾਇਰਸ ਨੂੰ ਜਿਹੜੇ ਹੈਗੇ ਟਵਿਸਟ ਦਿੱਤੇ ਹੋਏ ਆ। ਟਵਿਸਟ ਇਸ ਕਰਕੇ ਦਿੰਦੇ ਆ ਤਾਂ ਕਿ ਜਿਹੜੀ ਨੋਇਸ ਦੀ ਇੰਟਰਫੇਰੈਂਸ ਆ ਉਹ ਡਾਟੇ ਦੇ ਵਿੱਚ ਬਿਲਕੁਲ ਰਿਡਿਊਸ ਹੋ ਜਾਂਦੀ ਹੈ, ਘਟ ਜਾਂਦੀ ਹੈ ਜਾਂ ਬਿਲਕੁਲ ਨਾ ਮਾਤਰੀ ਹੁੰਦੀ ਹੈ ਔਰ ਡਾਟਾ ਜਿਹੜਾ ਹੈਗਾ ਸੇਫਲੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚ ਜਾਂਦਾ ਵਾ। ਜਿਸ ਤਰ੍ਹਾਂ ਹੁਣ ਇਹਦੇ ਵਿੱਚ ਦੇਖਿਆ ਜਾਵੇ ਇਸ ਫਿਗਰ ਦੇ ਵਿੱਚ ਇਹਦੇ ਵਿੱਚ ਇਹ ਲਿਖਿਆ ਹੋਇਆ ਵਾ ਉੱਪਰ ਸੋਲਿਡ ਕਾਪਰ ਕੰਡਕਟਰ। ਤੋਂ ਇਹ ਕੀ ਹੈਗੀ ਆ? ਇਹ ਜਿਹੜੀ ਹੈਗੀ ਆ ਕਾਪਰ ਵਾਇਰ ਹੈਗੀ ਆ, ਉੱਤੇ ਜਿਹੜੀ ਹੈਗੀ ਆ ਆਊਟਰ ਇਨਸੂਲੇਟਰ ਜਾਂ ਇਨਸੂਲੇਸ਼ਨ ਹੋਈ ਆ ਪਲਾਸਟਿਕ ਦੀ ਜਿਹੜੀ ਇਸ ਕਾਪਰ ਵਾਇਰ ਨੂੰ ਢੱਕ ਕੇ ਰੱਖਦੀ ਹੈ। ਤੋ ਇਸ ਤਰ੍ਹਾਂ ਜਿਹੜਾ ਹੈਗਾ ਡਾਟਾ ਇਹਦੇ ਵਿੱਚ ਜਿਹੜਾ ਹੈਗਾ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦਾ ਵਾ। ਹੁਣ ਜੇ ਸਪੋਜ਼ ਕਰੋ ਇਹ ਜਿਹੜੀ ਕਾਪਰ ਵਾਇਰ ਹੈਗੀ ਆ ਇਹਦੇ ਵਿੱਚ ਕਿਤੇ ਕੋਈ ਡੈਮੇਜ ਨਹੀਂ ਹੈਗਾ ਵਾਇਰ ਦੇ ਵਿੱਚ ਜਾਂ ਕਿਤੇ ਜਿਹੜਾ ਹੈਗਾ ਕੋਈ ਐਸੀ ਟੈਪ ਨਹੀਂ ਯੂਜ਼ ਕੀਤੀ, ਅਗਰ ਟੈਪ ਯੂਜ਼ ਕੀਤੀ ਹੈ ਤੇ ਟੈਪ ਦਾ ਜਿਹੜਾ ਕਨੈਕਸ਼ਨ ਹੈ ਉਹ ਲੂਜ਼ ਨਹੀਂ ਹੈਗਾ ਤੇ ਸਾਡਾ ਡੇਟਾ ਜਿਹੜਾ ਹੈਗਾ ਉਹਦੀ ਲੀਕੇਜ ਨਹੀਂ ਹੋ ਸਕਦੀ। ਦੂਸਰੀ ਗੱਲ ਇਹ ਵੀ ਡਿਪੈਂਡ ਕਰਦੀ ਹੈ ਕਿ ਅਗਰ ਇਹ ਵਾਇਰ ਜਿਹੜੀ ਹੈਗੀ ਆ ਕਿਸੇ ਨੋਇਸ ਦੇ ਲਾਗੋਂ ਦੀ ਨਹੀਂ ਲੰਘਦੀ ਤਾਂ ਵੀ ਜਿਹੜਾ ਹੈਗਾ ਡੇਟੇ ਦੀ ਡਿਸਟੋਰਸ਼ਨ ਉਹ ਨਹੀਂ ਹੁੰਦੀ। ਤੋ ਇਹ ਜਿਹੜੀ ਟਵਿਸਟਡ ਪੇਅਰ ਕੇਬਲ ਹੈਗੀ ਆ ਇਹਦਾ ਦਿਖਾਇਆ ਗਿਆ, ਦੇਖੋ ਜਿਸ ਤਰ੍ਹਾਂ ਇਹ ਇੱਕ ਫਿਗਰ ਦੇ ਵਿੱਚ ਕਿ ਉੱਪਰ ਇੱਕ ਮੋਟਰ ਚੱਲ ਰਹੀ ਹੈ, ਨੋਇਸ ਸੋਰਸ ਮੋਟਰ ਤੋਂ ਜਿਹੜਾ ਹੈਗਾ ਨੋਇਸ ਆ ਰਹੀ ਆ। ਹੁਣ ਵਾਇਰਸ ਜਿਹੜੀਆਂ ਹੈਗੀਆਂ ਇਹ ਪੈਰਲਲੀ ਜਾ ਰਹੀਆਂ ਵਾ। ਅਗਰ ਇਹ ਦੋਨੋਂ ਵਾਇਰਸ ਪੈਰਲਲੀ ਆ ਤੇ ਇਹਦੇ ਵਿੱਚ ਕੀ ਹੈਗਾ ਵਾ ਕਿ ਜਿਹੜੀ ਨੇੜੇ ਲੰਘਦੀ ਆ ਮੋਟਰ ਦੇ ਵਾਇਰ ਉਹਦੇ ਤੇ 16 ਯੂਨਿਟ ਨੋਇਸ ਆ, ਜਿਹੜੀ ਥੱਲੇ ਜਿਹੜੀ ਦੂਰ ਆ ਵਾਇਰ ਉਹਦੇ ਤੇ 12 ਯੂਨਿਟਸ ਆ। ਹੁਣ ਦੇਖਿਆ ਜਾਵੇ ਤੇ ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੇ ਜਿਹੜਾ ਹੈਗਾ 4 ਯੂਨਿਟ ਨੋਇਸ ਜਿਹੜੀ ਹੈਗੀ ਡਾਟੇ ਦੇ ਵਿੱਚ ਉਹ ਪਹੁੰਚ ਜਾਂਦੀ ਹੈ ਕਿਉਂਕਿ ਇਹਨੂੰ ਟਵਿਸਟ ਨਹੀਂ ਦਿੱਤੇ ਹੋਏ। ਪਰ ਥੱਲੇ ਜੇ ਥੱਲੜੀ ਫਿਗਰ ਵਿੱਚ ਦੇਖਿਆ ਜਾਵੇ ਤੇ ਇਸ ਵਾਇਰ ਨੂੰ ਜਿਹੜੇ ਟਵਿਸਟ ਦਿੱਤੇ ਆ ਤੇ ਇਹਦੇ ਵਿੱਚ ਕੀ ਹੈ ਕਿ ਜਦੋਂ ਜਿਹੜੀ ਵਾਇਰ ਹੈਗੀ ਆ ਉਹ ਮੋਟਰ ਦੇ ਨੇੜੇ ਆਉਂਦੀ ਆ ਉਦੋਂ ਜਿਹੜਾ ਨੋਇਸ ਇਫੈਕਟ ਦਾ ਯੂਨਿਟ ਆ ਉਹ ਵੱਧ ਜਾਂਦਾ ਵਾ, ਜਦੋਂ ਦੂਰ ਜਾਂਦੀ ਉਦੋਂ ਘਟ ਜਾਂਦਾ ਵਾ। ਇਹਨਾਂ ਦੋਨਾਂ ਵਾਇਰਸ ਦਾ ਅਗਰ ਅਸੀਂ ਡਿਫਰੈਂਸ ਦੇਖੀਏ ਤੇ ਜਿਹੜਾ ਹੈਗਾ ਰਿਸੀਵਿੰਗ ਐਂਡ ਦੇ ਉੱਤੇ ਜਿਹੜਾ ਵਾ ਟੋਟਲ ਨੋਇਸ ਇਫੈਕਟ ਜਿਹੜਾ ਉਹ 0 ਹੋ ਜਾਂਦਾ ਵਾ, 14 - 14 = 0। ਤੋ ਇਹ ਤੋਂ ਪਤਾ ਲੱਗਦਾ ਕਿ ਅਸੀਂ ਟਵਿਸਟ ਦਿੰਦੇ ਆ ਤੇ ਜਿਹੜੀ ਇੰਟਰਫੇਰੈਂਸ ਹੈ ਨੋਇਸ ਦੀ ਉਹ ਵਿੱਚ ਡਾਟੇ ਦੇ ਉਹ ਨਹੀਂ ਰਹਿੰਦੀ। ਹੁਣ ਅਗਲੀ ਜਿਹੜੀ ਗੱਲ ਹੈਗੀ ਉਹ ਹੈਗੀ ਆ ਕਿ ਟਵਿਸਟਡ ਪੇਅਰ ਦੀਆਂ ਜਿਹੜੀਆਂ ਟਾਈਪਸ ਹੋਣ। ਟਵਿਸਟਡ ਪੇਅਰ ਜਿਹੜੀ ਹੈਗੀ ਦੋ ਤਰ੍ਹਾਂ ਦੀ ਹੁੰਦੀ, ਅਨਸ਼ੀਲਡਡ ਟਵਿਸਟਡ ਪੇਅਰ ਤੇ ਸ਼ੀਲਡਡ ਟਵਿਸਟਡ ਪੇਅਰ। ਅਨਸ਼ੀਲਡਡ ਟਵਿਸਟਡ ਪੇਅਰ ਦਾ ਮਤਲਬ ਹੈਗਾ ਵਾ ਕਿ ਇਹ ਜਿਹੜੀ ਆ ਇਹਦੇ ਉੱਤੇ ਜਿਹੜੀ ਹੈਗੀ ਆ ਉਹ ਕੋਈ ਵੀ ਦੇਖੋ ਇਹ ਇੱਕ ਪਲਾਸਟਿਕ ਕਵਰ ਆ, ਉਹਦੇ ਵਿੱਚ ਦੋ ਜਿਹੜੇ ਹੈਗੇ ਆ ਇੱਕ ਪੇਅਰ ਆ ਦੋ ਵਾਇਰਸ ਦਾ। ਇਹਦੇ ਵਿੱਚ ਜਿਹੜਾ ਕਾਪਰ ਜਿਹੜੀ ਹੈਗੀ ਆ ਕਾਪਰ ਦੀ ਜਿਹੜਾ ਹੈਗਾ ਵਿੱਚ ਜਿਹੜੀ ਵਾਇਰ ਆ ਕਾਪਰ ਦੀ ਉਹਦੇ ਉੱਤੇ ਜਿਹੜੀ ਹੈਗੀ ਪਲਾਸਟਿਕ ਦੀ ਇਨਸੂਲੇਸ਼ਨ ਹੋਈ ਆ, ਪਰ ਇਹਦੇ ਉੱਤੇ ਕੋਈ ਵੀ ਬ੍ਰੇਡਡ ਮੈਸ਼ ਜਾਂ ਜਿਹੜੀ ਮੈਟਲ ਦੀ ਜਿਹੜੀ ਮੈਸ਼ ਆ ਉਹ ਨਹੀਂ ਚੜੀ ਹੋਈ। ਪਰ ਜੇ ਜਿਹੜੀ ਸ਼ੀਲਡਡ ਆ ਉਹਦੇ ਉੱਤੇ ਦੇਖਿਆ ਜਾਵੇ ਤੇ ਦੇਖੋ ਸਾਫ਼ ਦਿਸਣਾ ਕਿ ਮੈਟਲ ਦੀ ਸ਼ੀਲਡ ਜਿਹੜੀ ਹੈਗੀ ਆ ਉਹ ਚੜੀ ਹੋਈ ਆ ਔਰ ਉਹਦੇ ਉੱਤੇ ਇੱਕ ਕਵਰ ਆ। ਹੁਣ ਇਹਦਾ ਡਿਫਰੈਂਸ ਇਹ ਹੈਗਾ ਵਾ ਕਿ ਕਿਉਂਕਿ ਜਿਹੜੀ ਇਹਦੇ ਤੇ ਬ੍ਰੇਡਡ ਮੈਸ਼ ਆ ਇਹ ਨਾ ਹੋਣ ਕਰਕੇ ਇਹ ਜਿਹੜੀ ਹੈਗੀ ਆ ਨੋਇਸ ਨੂੰ ਵੱਧ ਸਸੈਪਟੇਬਲ ਹੈਗੀ ਆ।
ਕਹਿਣ ਤੋਂ ਭਾਵ ਹੈਗਾ ਕਿ ਵੱਧ ਸੈਂਸਿਟਿਵ ਹੈਗੀ ਆ, ਇਹ ਜ਼ਿਆਦਾ ਜਿਹੜੀ ਹੈਗੀ ਇਹਦੇ ਵਿੱਚ ਨੋਇਸ ਹੈ ਉਹ ਜਿਹੜੀ ਹੈ ਆ ਸਕਦੀ ਹੈ। ਪਰ ਜਿਹੜੀ ਸ਼ੀਲਡਡ ਟਵਿਸਟਡ ਪੇਅਰ ਆ, ਕਿਉਂਕਿ ਇਹਦੇ ਤੇ ਬ੍ਰੇਡਡ ਮੈਸ਼ ਚੜੀ ਆ, ਤੇ ਇਹ ਜਿਹੜੀ ਹੈਗੀ ਆ ਇਹਨੂੰ ਗਰਾਊਂਡ ਦੀ ਅਸੀਂ ਰੈਫਰੈਂਸ ਦੇ ਦਿੰਦੇ ਆ ਬ੍ਰੇਡਡ ਮੈਸ਼ ਨੂੰ, ਇਸ ਕਰਕੇ ਜਿਹੜੀ ਹੈਗੀ ਨੋਇਸ ਦਾ ਇਫੈਕਟ ਹੈ ਬਿਲਕੁਲ ਜਿਹੜਾ ਹੈਗਾ ਉਹ ਘਟ ਜਾਂਦਾ ਵਾ। ਤੇ ਇਸ ਤਰ੍ਹਾਂ ਇਹ ਜਿਹੜੀ ਹੈਗੀ ਆ, ਇਹ ਦੋਨੋਂ ਹੀ ਜਿਹੜੀਆਂ ਹੈਗੀਆਂ ਵਾ ਸ਼ੀਲਡਡ ਜਾਂ ਅਨਸ਼ੀਲਡਡ ਟਵਿਸਟਡ ਪੇਅਰ ਆ, ਇਹਨਾਂ ਨੂੰ ਅਸੀਂ ਜਿਹੜਾ ਹੈਗਾ ਵਾ ਉਹ ਯੂਜ਼ ਕਰ ਸਕਦੇ ਹਾਂ ਡੇਟੇ ਨੂੰ ਟਰਾਂਸਫਰ ਕਰਨ ਲਈ। ਹੁਣ ਅਸੀਂ ਕਲੀਅਰਲੀ ਦੇਖਦੇ ਹਾਂ ਕਿ ਕੰਪੈਰੀਜ਼ਨ ਕਰਦੇ ਹਾਂ ਅਨਸ਼ੀਲਡਡ ਟਵਿਸਟਡ ਪੇਅਰ ਤੇ ਸ਼ੀਲਡਡ ਟਵਿਸਟਡ ਪੇਅਰ ਦਾ। ਜੇ ਅਸੀਂ ਫੈਕਟਰ ਲੈ ਲੈਂਦੇ ਹਾਂ, ਫੈਕਟਰ ਦੇ ਆਧਾਰ ਤੇ ਜਿਹੜਾ ਹੈਗਾ ਉਹ ਅਸੀਂ ਜਿਹੜਾ ਵਾ ਕੰਪੈਰੀਜ਼ਨ ਕਰਦੇ ਹਾਂ। ਪਹਿਲਾ ਫੈਕਟਰ ਹੈਗਾ ਫੋਇਲ ਔਰ ਬ੍ਰੇਡਡ ਮੈਸ਼। ਜਿਹੜੀ ਅਨਸ਼ੀਲਡਡ ਟਵਿਸਟਡ ਪੇਅਰ ਹੁੰਦੀ ਆ, ਇਹਦੇ ਵਿੱਚ ਜਿਹੜਾ ਫੋਇਲ ਜਾਂ ਬ੍ਰੇਡਡ ਮੈਸ਼ ਆ ਉਹ ਨਹੀਂ ਹੁੰਦੀ, ਪਰ ਜਿਹੜੀ ਸ਼ੀਲਡਡ ਟਵਿਸਟਡ ਪੇਅਰ ਆ ਉਹਦੇ ਤੇ ਜਿਹੜੀ ਬ੍ਰੇਡਡ ਮੈਸ਼ ਆ ਉਹ ਹੁੰਦੀ ਆ। ਅੱਗੇ ਜੇ ਕ੍ਰਾਸ ਟਾਕ ਐਂਡ ਇੰਟਰਫੇਰੈਂਸ ਦੀ ਗੱਲ ਕਰੀਏ, ਇਹ ਕ੍ਰਾਸ ਟਾਕ ਐਂਡ ਇੰਟਰਫੇਰੈਂਸ ਦਾ ਮਤਲਬ ਹੈਗਾ ਕਿ ਜੇ ਇੱਕ ਬੰਡਲ ਦੇ ਵਿੱਚ ਜਿਹੜੇ ਹੈਗੇ ਆ ਪੇਅਰਸ ਜ਼ਿਆਦਾ ਹੈਗੇ ਆ ਵਾਇਰਸ ਦੇ, ਤੇ ਉਹਦੇ ਵਿੱਚ ਜਿਹੜੀ ਹੈਗੀ ਆ ਇੱਕ ਪੇਅਰ ਤੋਂ ਦੂਸਰੇ ਪੇਅਰ ਤੱਕ ਜਿਹੜੀ ਹੈਗੀ ਆ ਵਾਇਰ ਜਿਹੜੀ ਉਹ ਜਾ ਸਕਦੀ, ਤੇ ਉਹਨਾਂ ਦੀ ਜਿਹੜੀ ਵੋਇਸ ਆ ਉਹ ਮਿਕਸ ਹੋ ਸਕਦੀ, ਉਹਨੂੰ ਅਸੀਂ ਕਹਿੰਦੇ ਕ੍ਰਾਸ ਟਾਕ ਜਾਂ ਇੰਟਰਫੇਰੈਂਸ। ਤੋਂ ਅਨਸ਼ੀਲਡਡ ਦੇ ਵਿੱਚ ਜਿਹੜੀ ਵੈਰੀ ਹਾਈ ਹੁੰਦੀ ਆ, ਪਰ ਜਿਹੜੀ ਹੈਗੀ ਆ ਸ਼ੀਲਡਡ ਟਵਿਸਟਡ ਦੇ ਵਿੱਚ ਇਹ ਬਿਲਕੁਲ ਜਿਹੜੀ ਲੈਸ ਹੁੰਦੀ ਆ, ਜਿਹੜੀ ਕ੍ਰਾਸ ਟਾਕ ਹੈ ਜਾਂ ਇੰਟਰਫੇਰੈਂਸ ਆ। ਜੇ ਅਸੀਂ ਕਾਸਟ ਦੀ ਗੱਲ ਕਰੀਏ ਤੇ ਅਨਸ਼ੀਲਡਡ ਟਵਿਸਟਡ ਪੇਅਰ ਜਿਹੜੀ ਹੈਗੀ ਇਹਦੇ 'ਚ ਕਾਸਟ ਲੋਐਸਟ ਹੁੰਦੀ ਆ, ਤੇ ਜਿਹੜੀ ਸ਼ੀਲਡਡ ਟਵਿਸਟਡ ਪੇਅਰ ਵਿੱਚ ਮੋਡਰੇਟ ਹੁੰਦੀ ਹੈ ਜਾਂ ਐਵਰੇਜ ਹੁੰਦੀ ਹੈ। ਜੇ ਅਸੀਂ ਗੱਲ ਕਰੀਏ ਟਰਮੀਨੇਸ਼ਨ ਦੀ, ਤੇ ਇਹਦੇ ਵਿੱਚ ਅਗਰ ਅਸੀਂ ਟਰਮੀਨੇਟ ਕਰਨਾ ਵਾਇਰ ਨੂੰ, ਤੇ ਅਨਸ਼ੀਲਡਡ ਟਵਿਸਟਡ ਪੇਅਰ ਕੇਬਲ ਦੇ ਵਿੱਚ ਇਹ ਜਿਹੜੀ ਹੈਗੀ ਆ ਥੋੜਾ ਜਿਹਾ ਇਹਦੇ ਵਿੱਚ ਡਿਫਿਕਲਟ ਹੁੰਦਾ ਵਾ, ਪਰ ਜਿਹੜਾ ਹੈਗਾ ਵਾ ਸ਼ੀਲਡਡ ਟਵਿਸਟਡ ਪੇਅਰ ਆ ਇਹਦੇ ਵਿੱਚ ਈਜ਼ੀ ਹੋ ਜਾਂਦਾ ਵਾ। ਇੰਸਟਾਲੇਸ਼ਨ ਦੀ ਗੱਲ ਕਰੀਏ ਤੇ ਅਨਸ਼ੀਲਡਡ ਟਵਿਸਟਡ ਪੇਅਰ ਦੀ ਈਜ਼ੀ ਆ, ਪਰ ਜਿਹੜੀ ਹੈਗੀ ਸ਼ੀਲਡਡ ਟਵਿਸਟਡ ਪੇਅਰ ਆ ਇਹਦੀ ਫੇਅਰਲੀ ਈਜ਼ੀ ਆ। ਬੈਂਡਵਿਡਥ ਦੀ ਅਸੀਂ ਗੱਲ ਕਰੀਏ ਤੇ ਬੈਂਡਵਿਡਥ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਜਿਹੜੀ ਅਨਸ਼ੀਲਡਡ ਟਵਿਸਟਡ ਪੇਅਰ ਹੈ ਇਹਦੇ 'ਚ 1 ਮੈਗਾਬਿਟਸ ਪਰ ਸੈਕਿੰਡ ਤੋਂ ਲੈ ਕੇ 155 ਮੈਗਾਬਿਟਸ ਪਰ ਸੈਕਿੰਡ ਹੁੰਦੀ ਆ, ਔਰ ਇਹਦੇ ਵਿੱਚ ਵੀ ਜਿਹੜੀ ਹੈਗੀ ਆ 1 ਮੈਗਾਬਿਟਸ ਪਰ ਸੈਕਿੰਡ ਤੋਂ ਲੈ ਕੇ 155 ਮੈਗਾਬਿਟਸ ਪਰ ਸੈਕਿੰਡ ਤੱਕ ਜਿਹੜੀ ਆ ਉਹ ਹੋ ਸਕਦੀ ਆ। ਆਮ ਕਰਕੇ ਜਿਹੜੀ ਹੈਗੀ ਘੱਟ ਤੋਂ ਘੱਟ ਜਿਹੜੀ ਹੁੰਦੀ ਆ ਉਹ ਅਨਸ਼ੀਲਡਡ ਟਵਿਸਟਡ ਪੇਅਰ ਦੇ ਵਿੱਚ 10 ਮੈਗਾਬਿਟਸ ਪਰ ਸੈਕਿੰਡ ਹੁੰਦੀ ਆ, ਤੇ ਇਹਦੇ ਵਿੱਚ ਜਿਹੜੀ ਸ਼ੀਲਡਡ ਟਵਿਸਟਡ ਪੇਅਰ ਹੈ ਇਹਦੇ 'ਚ 16 ਮੈਗਾਬਿਟਸ ਪਰ ਸੈਕਿੰਡ ਹੁੰਦੀ ਹੈ। ਜੇ ਅਸੀਂ ਐਡਵਾਂਟੇਜ ਆਫ ਟਵਿਸਟਡ ਪੇਅਰ ਕੇਬਲ ਵੇਖੀਏ ਤੇ ਐਡਵਾਂਟੇਜ ਜਿਹੜੀਆਂ ਹੈਗੀਆਂ, ਇਟ ਕੈਨ ਬੀ ਯੂਜ਼ ਟੂ ਕੈਰੀ ਬੋਥ ਐਨਾਲੌਗ ਐਂਡ ਡਿਜੀਟਲ ਸਿਗਨਲ। ਟਵਿਸਟਡ ਪੇਅਰ ਕੇਬਲ ਦੇ ਵਿੱਚ ਅਸੀਂ ਐਨਾਲੌਗ ਤੇ ਡਿਜੀਟਲ ਸਿਗਨਲ ਜਿਹੜਾ ਹੈਗਾ ਉਹ ਕੈਰੀ ਕਰ ਸਕਦੇ ਹਾਂ। ਇਟ ਇਜ਼ ਰੈਲੇਟਿਵਲੀ ਈਜ਼ੀ ਟੂ ਇੰਪਲੀਮੈਂਟ ਐਂਡ ਟਰਮੀਨੇਟ। ਇਹਨੂੰ ਇੰਪਲੀਮੈਂਟ ਕਰਨਾ ਤੇ ਇਹਨੂੰ ਜਿਹੜਾ ਹੈਗਾ ਵਾ ਟਰਮੀਨੇਟ ਦਾ ਮਤਲਬ ਹੈਗਾ ਵਾ ਕਿ ਕਿਤੋਂ ਅਸੀਂ ਇਹਨੂੰ ਕੱਟ ਕਰਨਾ ਜਾਂ ਅਸੀਂ ਇਹਨੂੰ ਜਿਹੜਾ ਹੈਗਾ ਵਾ ਬੰਦ ਕਰਨਾ, ਉਹ ਜਿਹੜਾ ਸੌਖਾ ਵਾ। ਇਟ ਇਜ਼ ਦਾ ਲੀਸਟ ਐਕਸਪੈਂਸਿਵ ਮੀਡੀਆ ਆਫ ਟਰਾਂਸਮਿਸ਼ਨ ਫਾਰ ਸ਼ਾਰਟ ਡਿਸਟੈਂਸਿਸ। ਛੋਟੀਆਂ ਡਿਸਟੈਂਸਿਸ ਦੇ ਉੱਤੇ ਜਿਹੜਾ ਹੈਗਾ ਵਾ ਇਹ ਬੜਾ ਜਿਹੜਾ ਵਧੀਆ ਮੀਡੀਆ ਹੈਗਾ ਵਾ, ਇਹ ਘੱਟ ਜਿਹੜਾ ਹੈਗਾ ਐਕਸਪੈਂਸਿਵ ਆ, ਮਤਲਬ ਕਿ ਸਸਤਾ ਮੀਡੀਆ ਹੈਗਾ ਵਾ ਸ਼ਾਰਟ ਡਿਸਟੈਂਸਿਸ ਵਾਸਤੇ ਯੂਜ਼ ਕਰਨ ਲਈ। ਇਫ ਪੋਰਸ਼ਨ ਆਫ ਅ ਟਵਿਸਟਡ ਪੇਅਰ ਕੇਬਲ ਇਜ਼ ਡੈਮੇਜਡ ਇਟ ਡਜ਼ ਨਾਟ ਅਫੈਕਟ ਦਾ ਐਂਟਾਇਰ ਨੈਟਵਰਕ। ਅਗਰ ਟਵਿਸਟਡ ਪੇਅਰ ਕੋਈ ਇੱਕ, ਕਿਉਂਕਿ ਇੱਕ ਤੋਂ ਸਾਡੇ ਜਿਹੜੇ ਹੈਗੇ ਆ ਪੇਅਰ ਜ਼ਿਆਦਾ ਹੋ ਸਕਦੇ ਆ ਜਿੱਥੇ ਅਸੀਂ ਟਰਾਂਸਮਿਸ਼ਨ ਵਾਸਤੇ ਜਿਹੜਾ ਹੈਗਾ ਵਾ ਮੀਡੀਆ ਇੰਸਟਾਲ ਕਰਦੇ ਹਾਂ, ਤੇ ਅਗਰ ਇੱਕ ਪੇਅਰ ਜਿਹੜਾ ਹੈਗਾ ਵਾ ਉਹ ਡੈਮੇਜ ਵੀ ਹੋ ਜਾਂਦਾ ਵਾ, ਇਹ ਸਾਰੇ ਨੈਟਵਰਕ ਨੂੰ ਅਫੈਕਟ ਨਹੀਂ ਕਰਦਾ। ਹੁਣ ਅਸੀਂ ਇਹਦੀਆਂ ਡਿਸਐਡਵਾਂਟੇਜ ਦੀ ਗੱਲ ਕਰੀਏ ਤੇ ਟਵਿਸਟਡ ਪੇਅਰ ਦੀਆਂ ਜਿਹੜੀਆਂ ਹੈਗੀਆਂ ਇਹ ਵਾਲੀਆਂ ਡਿਸਐਡਵਾਂਟੇਜ ਹੈਗੀਆਂ, ਇਟ ਆਫਰਜ਼ ਪੂਅਰ ਨੋਇਸ ਇਮਿਊਨਿਟੀ। ਤੇ ਕਿਉਂਕਿ ਇਹ ਜਿਹੜਾ ਹੈਗਾ ਵਾ ਨੋਇਸ ਨੂੰ ਜਲਦੀ ਕੈਚ ਕਰਦੀ ਹੈ, ਇਸ ਕਰਕੇ ਜਿਹੜੀ ਹੈਗਾ ਡੇਟਾ ਐਰਰਸ ਆ ਜਾਂਦੀਆਂ ਜਾਂ ਡੇਟਾ ਡਿਸਟੋਰਡ ਹੋ ਜਾਂਦਾ ਵਾ। ਇਮਿਊਨਿਟੀ ਜਿਹੜੀ ਹੈਗੀ ਇਹਦੀ ਮਾੜੀ ਹੈਗੀ ਆ ਨੋਇਸ ਦੇ ਅਗੇਂਸਟ, ਸੋ ਇਸ ਕਰਕੇ ਇੱਕ ਡਿਸਐਡਵਾਂਟੇਜ ਹੈ। ਐਟੀਨੂਏਸ਼ਨ ਇਜ਼ ਵੈਰੀ ਹਾਈ, ਕਿਉਂਕਿ ਲੀਕੇਜ ਜਿਹੜੀ ਹੈਗੀ ਆ ਉਹ ਜ਼ਿਆਦਾ ਹੋ ਜਾਂਦੀ ਇਹਦੇ ਵਿੱਚੋਂ, ਇਸ ਕਰਕੇ ਜਿਹੜਾ ਹੈਗਾ ਸਿਗਨਲ ਆ ਉਹਦੀ ਐਨਰਜੀ ਜਿਹੜੀ ਲਾਸ ਹੋ ਜਾਂਦੀ ਹੈ ਤੇ ਸਿਗਨਲ ਵੀਕ ਹੋ ਜਾਂਦਾ ਵਾ, ਡਿਸਟੈਂਸਿਸ ਘੱਟ ਕਵਰ ਕਰਦਾ ਵਾ, ਇਸ ਕਰਕੇ ਵੀ ਡਿਸਐਡਵਾਂਟੇਜ ਹੈ। ਇਟ ਸਪੋਰਟਸ ਲੋਅਰ ਬੈਂਡਵਿਡਥ ਐਜ਼ ਕੰਪੇਅਰ ਟੂ ਅਦਰ ਮੀਡੀਆਜ਼। It supports 10 megabits per second up to a distance of 100 meters। ਤੇ 100 ਮੀਟਰਸ ਤੱਕ ਜਿਹੜੀ ਹੈਗੀ ਆ ਇਹ 10 ਮੈਗਾਬਿਟਸ ਪਰ ਸੈਕਿੰਡ ਦੀ ਸਪੀਡ ਦੇ ਨਾਲ ਜਿਹੜਾ ਹੈਗਾ ਵਾ ਇਹਦੇ ਤੇ ਸਿਗਨਲ ਜਿਹੜਾ ਹੈਗਾ ਟਰੈਵਲ ਕਰਦਾ ਵਾ। ਤਾਂ ਇਹ ਦੂਸਰੇ ਮੀਡੀਆ ਨੂੰ ਕੰਪੇਅਰ ਕਰੀਏ ਤੇ ਘੱਟ ਆ, ਇਸ ਕਰਕੇ ਇਹਨੂੰ ਅਸੀਂ ਡਿਸਐਡਵਾਂਟੇਜ ਦੇ ਤੌਰ ਤੇ ਲੈ ਸਕਦੇ ਹਾਂ। ਇਟ ਆਫਰਜ਼ ਵੈਰੀ ਪੂਅਰ ਸਿਕਿਉਰਿਟੀ ਐਂਡ ਰਿਲੇਟਿਵਲੀ ਈਜ਼ੀ ਟੂ ਟੈਪ, ਕਿਉਂਕਿ ਇਸ ਵਾਇਰ ਨੂੰ ਸੌਖੇ ਟੈਪ ਲਾਈ ਜਾ ਸਕਦੀ ਇਹਦੇ ਉੱਤੇ, ਇਸ ਕਰਕੇ ਇਹਨੂੰ ਜਿਹੜਾ ਹੈਗਾ ਡਾਟਾ ਕੋਈ ਸਟੀਲ ਕਰ ਸਕਦਾ ਵਾ ਈਜ਼ੀਲੀ, ਇਸ ਕਰਕੇ ਇਹਦੇ 'ਚ ਜਿਹੜੀ ਸਿਕਿਉਰਿਟੀ ਉਹ ਘੱਟ ਆ ਡਾਟੇ ਦੀ, ਇਸ ਕਰਕੇ ਇਹ ਵੀ ਇੱਕ ਡਿਸਐਡਵਾਂਟੇਜ ਹੈਗੀ ਆ।
ਬੀਇੰਗ ਥਿਨ ਇਨ ਸਾਈਜ਼ ਦੇ ਆਰ ਲਾਈਕਲੀ ਟੂ ਬ੍ਰੇਕ ਈਜ਼ਲੀ, ਕਿਉਂਕਿ ਜਿਹੜੀ ਕਾਪਰ ਦੀ ਵਿੱਚ ਵਾਇਰ ਹੁੰਦੀ ਹੈ ਬੜੀ ਬਰੀਕ ਹੁੰਦੀ ਆ, ਇਸ ਕਰਕੇ ਟੁੱਟ ਜਾਂਦੀ ਹੈ, ਕਈ ਵਾਰੀ ਛੇਤੀ ਟੁੱਟ ਜਾਂਦੀ ਹੈ, ਇਸ ਕਰਕੇ ਇਹਨੂੰ ਅਸੀਂ ਡਿਸਐਡਵਾਂਟੇਜ ਦੇ ਤੌਰ ਤੇ ਵੇਖ ਸਕਦੇ ਹਾਂ।